ਸਤਿਗੁਰ ਜੀ ਕਹਿੰਦੇ ਹਨ, ਧਰਤੀ 'ਤੇ ਜੋ ਮਨੁੱਖ ਹਨ ਉਹ ਬੜੇ ਚਲਾਕ ਹਨ। ਉਹ ਸੋਚਦੇ ਹਨ ਜੋ ਅਸੀਂ ਕਰ ਰਹੇ ਹਾਂ ਉਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਸਤਿਗੁਰ ਜੀ ਕਹਿੰਦੇ ਹਨ, ਇਹ ਖਿਆਲ ਕੱਢ ਦੇ ਕਿ ਤੈਨੂੰ ਕੋਈ ਦੇਖ ਨਹੀਂ ਰਿਹਾ। ਜੋ ਵੀ ਤੂੰ ਗੁਪਤ ਕਰ ਰਿਹਾ ਹੈ, ਕਿਸੇ ਨਾਲ ਠੱਗੀ ਕਰ ਰਿਹਾ ਹੈ, ਸਭ ਦਿਖਦਾ ਹੈ। ਲੋਕਾਂ ਨਾਲ, ਸਾਕ ਸੰਬੰਧੀਆਂ ਨਾਲ ਤੂੰ ਧੋਖਾ ਕਰ ਸਕਦਾ ਹੈ, ਪਰ ਇੱਕ ਗੱਲ ਯਾਦ ਰੱਖੀ, ਉਹ ਵਾਹਿਗੁਰੂ ਵੱਲ ਦੇਖ ਰਿਹਾ। ਉਹਨੂੰ ਕਿਵੇਂ ਧੋਖਾ ਦੇਂਗਾ? ਜਿਸ ਦੀ ਕਿਰਪਾ ਨਾਲ ਤੂੰ ਪੈਦਾ ਹੋਇਆ ਹੈ ਤੇ ਉਹਨੂੰ ਨਾਲ ਹੀ ਛਲ ਕਪਟ ਕਰੀ ਜਾ ਰਿਹਾ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਜੋ ਤੂੰ ਗੁਪਤ ਕੰਮ ਕਰਦਾ ਹੈ ਉਹਨੂੰ ਦੇਖੇ ਜਾਂ ਕੋਈ ਨਾ ਦੇਖੇ, ਪਰ ਇੰਨਾ ਗੱਲ ਯਾਦ ਰੱਖੀ, ਪਰਮਾਤਮਾ ਜ਼ਰੂਰ ਦੇਖਦਾ ਹੈ। ਵਾਹਿਗੁਰੂ ਕਹਿੰਦੇ ਹਨ, ਚਲਾਕੀਆਂ ਵਰਤਣਾ ਤੇ ਝੂਠ ਬੋਲਣਾ ਇਹ ਤੇਰੀ ਹੁਣ ਫਿਤਰਤ 'ਚ ਹੀ ਹੋ ਗਿਆ, ਪਰ ਤੂੰ ਹਰੀ ਦੇ ਨਾਮ ਨੂੰ ਭੁੱਲ ਗਿਆ। ਤੇ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ, ਉੱਥੇ ਤੂੰ 10 ਵਿਕਾਰਾਂ ਨੇ ਤੇ ਆਪੇ ਹੀ ਆ ਜਾਣਾ। ਜਦੋਂ ਤੂੰ ਯਾਦ ਹੀ ਮਿਟਾ ਦਿੱਤੀ ਪ੍ਰਭੂ ਦੀ, ਤੇ ਫਿਰ ਸੁੱਖ ਕਿਵੇਂ ਲਵੇਂਗਾ? ਭਾਈ ਗੁਰਦਾਸ ਜੀ ਕਹਿੰਦੇ ਹਨ, ਜੋ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਤੋਂ ਬਿਨਾਂ ਕੁਝ ਉਚਾਰਦਾ ਹੈ ਤੇ ਗ੍ਰਹਿਣ ਕਰਦਾ ਹੈ, ਉਹ ਦੱਸੋ ਕਿੱਥੋਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਵੇਗਾ। ਕਈ ਵਾਰ ਮਨੁੱਖ ਜੋ ਹੈ ਸੰਤੋਸ਼ੀ ਹੋਣ ਦਾ ਵੀ ਢੰਗ ਕਰਦਾ ਹੈ। ਅਸਲੀ ਸੰਤੋਖੀ ਤਾਂ ਉਹ ਹੀ ਹੁੰਦਾ ਹੈ ਜਿਸ ਨੂੰ ਕੋਈ ਵਸਤੂ ਪ੍ਰਾਪਤ ਹੋਵੇ ਭਾਵੇਂ ਨਾ ਹੋਵੇ, ਪਰ ਫਿਰ ਵੀ ਖੁਸ਼ ਰਹਿੰਦਾ ਹੈ। ਉਹ ਗੁਰੂ ਜੀ ਦੀ ਐਸੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਕਿ ਉਹ ਕਹਿੰਦਾ ਕਿ ਵਾਹਿਗੁਰੂ ਤੇਰੀ ਰਜਾ ਵਿੱਚ ਹੀ ਆ। ਮਨੁੱਖ ਨੂੰ ਰੱਬ ਦੀ ਰਜਾ ਵਿੱਚ ਰਹਿ ਕੇ ਖੁਸ਼ ਰਹਿਣਾ ਚਾਹੀਦਾ ਹੈ। ਉਹ ਤਾਂ ਇਹ ਹੈ ਹੀ ਨਹੀਂ। ਰੱਬ ਦੀ ਰਜਾ ਵਿੱਚ ਰਹਿਣਾ ਔਖਾ ਹੈ। ਬੀਜ ਪਾਉਣਾ ਆਪਣੀ ਜ਼ਿੰਮੇਵਾਰੀ ਹੈ ਤੇ ਫਲ ਲੈਣਾ ਉਸ ਰੱਬ ਦੀ ਜ਼ਿੰਮੇਵਾਰੀ ਹੈ। ਫਲ ਉਹੀ ਲਾਉਣਗੇ। ਸਾਨੂੰ ਕੋਈ ਦੁੱਖ ਆ ਜਾਵੇ ਤੇ ਆਪਾਂ ਕੋਈ ਕੰਮ ਨਾ ਹੋਵੇ, ਮੂੰਹੋਂ ਇੰਨਾ ਕੁਝ ਕੱਢ ਦਿੰਦੇ ਹਾਂ ਕਿ ਵਾਹਿਗੁਰੂ ਨੇ ਇੰਝ ਕੀਤਾ, ਇਹ ਕੀਤਾ। ਜੇ ਸੁੱਖ ਮਿਲਦੇ ਰਹਿਣ ਤਾਂ ਅਸੀਂ ਤਾਂ ਕਦੇ ਰੱਬ ਨੂੰ ਯਾਦ ਹੀ ਨਾ ਕਰੀਏ। ਜੇ ਕਿਸੇ ਦਾ ਥੋੜ੍ਹਾ ਜਿਹਾ ਵੀ ਨੁਕਸਾਨ ਹੋ ਜਾਵੇ ਤਾਂ ਆਪਾਂ ਬਹੁਤ ਬੁਰਾ ਭਲਾ ਬੋਲਦੇ ਰਹਿੰਦੇ ਹਾਂ। ਰੱਬ ਨੂੰ ਪਤਾ ਹੈ ਕੌਣ ਮਿਲਦਾ ਹੈ, ਜੋ ਉਹਨਾਂ ਦੀ ਰਜਾ ਵਿੱਚ ਰਹਿੰਦਾ ਹੈ। ਸਤਿਗੁਰੂ ਕਹਿੰਦੇ ਆ, ਜੋ ਇੱਕੋ ਜਿਹੀ ਬਿਰਤੀ ਰੱਖਦਾ ਹੈ ਦੁੱਖ ਸੁੱਖ ਸਮੇਂ, ਉਹਨਾਂ ਦਾ ਵੀ ਇਹ ਇੱਕ ਗੁਣ ਹੈ ਜੋ ਇੱਕੋ ਬਿਰਤੀ ਰੱਖਦੇ ਹਨ। ਜਦੋਂ ਉਹ ਰੱਬ ਨਾਲ ਜੁੜ ਗਏ, ਫਿਰ ਉਸਨੂੰ ਕਦੇ ਵੀ ਕੋਈ ਢੋਂਗ ਜਾਂ ਕੁਛ ਕਰਨ ਦੀ ਲੋੜ ਨਹੀਂ ਹੈ। ਉਹਨੂੰ ਕਦੀ ਕੋਈ ਡੇਗ ਨਹੀਂ ਸਕਦਾ। ਫਿਰ ਦਾਨ ਦੇ ਕੇ ਵਡਿਆਈ ਕਰਵਾਉਣਾ, ਤੂੰ ਕਿੱਥੋਂ ਫਲ ਪ੍ਰਾਪਤ ਕਰ ਲੇਗਾ? ਜੋ ਦਾਨ ਦੇ ਕੇ ਉਹਨੂੰ ਛੁਪਾ ਕੇ ਕਰ, ਵਿਖਾਵੇ ਕਰਕੇ ਕੀ ਫਾਇਦਾ? ਜੇ ਤੂੰ ਬੀਜ ਨੂੰ ਧਰਤੀ ਅੰਦਰ ਦਬਾਏਂਗਾ ਤਾਂ ਹੀ ਫਲ ਮਿਲੇਗਾ। ਜੇ ਉੱਤੇ ਹੀ ਸੁੱਟ ਦੇਂਗਾ, ਕਿੰਨੇ ਸਾਰੇ ਕਾਂ ਪੰਛੀ ਆ ਕੇ ਉਹਨੂੰ ਖਾ ਜਾਣਗੇ, ਫਿਰ ਕਿੱਥੋਂ ਫਲ ਲੈ ਲੇਗਾ? ਗੁਰੂ ਤੇਗ ਬਹਾਦਰ ਜੀ ਕਹਿੰਦੇ, ਵਿਖਾਵਾ ਛੱਡ ਮਨੁੱਖਾ, ਨਿਮਰ ਹੋ ਜਾ। ਜੋ ਨਿਮਰ ਹੋ ਕੇ ਵਾਹਿਗੁਰੂ ਨੂੰ ਮੁੱਖ ਰੱਖ ਕੇ ਸਭ ਪਦਾਰਥ ਉਹਨਾਂ ਦੇ ਸਾਹਮਣੇ ਰੱਖ ਦਿੰਦਾ, ਵਾਹਿਗੁਰੂ ਦੀ ਆਪੇ ਸੁਣ ਲੈਂਦੇ ਨੇ। ਰਣਜੀਤ ਸਿੰਘ ਇੱਕ ਵਾਰ ਕਿਸੇ ਯੁੱਧ ਲਈ ਜਾ ਰਹੇ ਹੁੰਦੇ ਹਨ ਤੇ ਰਸਤੇ ਵਿੱਚ ਗੁਰਦੁਆਰਾ ਆਉਂਦਾ। ਜਦੋਂ ਆਉਂਦਾ ਤੇ ਉੱਥੇ ਗ੍ਰੰਥੀ ਸਾਹਿਬ ਨੂੰ ਕਹਿੰਦੇ ਨੇ ਕਿ ਅਰਦਾਸ ਕਰੋ, ਅਸੀਂ ਜਿੱਤ ਕੇ ਆਈਏ। ਤੇ ਜਦੋਂ ਉੱਥੇ ਜਾਂਦੇ ਨੇ ਉਹ ਜਿੱਤ ਆਉਂਦੇ ਨੇ। ਜਦੋਂ ਵਾਪਸ ਆਉਂਦੇ ਨੇ ਤੇ ਕਹਿੰਦੇ, ਰਣਜੀਤ ਸਿੰਘ ਜੀ ਕਹਿੰਦੇ, ਗ੍ਰੰਥੀ ਜੀ ਕੁਝ ਚਾਹੀਦਾ ਗੁਰਦੁਆਰੇ ਲਈ? ਉਹ ਬੜੇ ਆਪਣੇ ਪੂਰਾ ਕੜਕ ਸੁਭਾਅ ਨਾਲ ਕਹਿੰਦੇ ਹਨ। ਗ੍ਰੰਥੀ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ, ਜਦੋਂ ਗਿਆ ਸੀ ਭਿਖਾਰੀਆਂ ਵਾਂਗ ਹੱਥ ਜੋੜ ਕੇ ਗਿਆ ਸੀ ਤੇ ਆਇਆ ਤੇ ਦਾਤਾ ਬਣ ਕੇ ਆ ਗਿਆ। ਉਹ ਕਹਿੰਦੇ, ਜੀ ਮੈਂ ਐਸਾ ਕੁਝ ਨਹੀਂ ਕਿਹਾ, ਮੈਨੂੰ ਖਿਮਾ ਕਰੋ, ਮੈਂ ਤੁਹਾਡੇ ਤੋਂ ਮਾफ़ੀ ਮੰਗਦਾ ਹਾਂ। ਜੋ ਵੀ ਤੁਹਾਨੂੰ ਦਿੱਤਾ ਹੈ ਉਹ ਵਾਹਿਗੁਰੂ ਦਾ ਹੈ, ਇਹ ਹਮੇਸ਼ਾ ਗੱਲ ਯਾਦ ਰੱਖੋ। ਉਸ ਵਿੱਚੋਂ ਕੁਝ ਕਿਸੇ ਨੂੰ ਦਿੰਦੇ ਹੋ ਤਾਂ ਬੜਾ ਚੰਗਾ ਗੁਣ ਹੈ, ਪਰ ਕਦੀ ਹੰਕਾਰ ਕਰਕੇ ਨਾ ਦਿਓ ਕਿ ਮੈਂ ਉਹਨੂੰ ਦਿੱਤਾ ਹੈ ਤੇ ਉਹਨੂੰ 4 ਵਾਰ ਸੁਣਾਉਂਦੇ ਰਹੋ। ਸਤਿਗੁਰ ਕਹਿੰਦੇ, ਧਨ ਤਾਂ ਪਰਮਾਤਮਾ ਦਾ ਹੈ ਤੇ ਜਿਹੜਾ ਤੇਰਾ ਤਨ ਸਰੀਰ ਹੈ ਉਹ ਵੀ ਪਰਮਾਤਮਾ ਦਾ ਹੈ। ਸੇਵਾ ਸਿਰਫ ਧਨ ਨਾਲ ਨਹੀਂ ਕੀਤੀ ਜਾ ਸਕਦੀ। ਸੇਵਾ ਤਾਂ ਬਹੁਤ ਜ਼ਿਆਦਾ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਸੇਵਾ ਅਸੀਂ ਤਨ ਨਾਲ ਵੀ ਕਰ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਕਹਿੰਦੇ, ਲੋੜਵੰਦਾਂ ਦੀ ਮਦਦ ਕਰ। ਪਦਾਰਥਾਂ ਤੇ ਗਿਆਨ ਦਾ ਦਾਨ ਵੀ ਓਨਾ ਹੀ ਹੈ। ਗਿਆਨ ਵੀ ਕਿਸੇ ਨੂੰ ਦਾਨ ਦੇ ਰੂਪ ਵਿੱਚ ਦੇ। ਜੋ ਤੁਹਾਡੇ ਕੋਲ ਕੋਈ ਗੁਣ ਹੈ ਤਾਂ ਉਹ ਲੋਕਾਂ ਨਾਲ ਵੰਡੋ। ਕਿਸੇ ਨੂੰ ਗੁਰਬਾਣੀ ਨਾਲ ਜੋੜ ਦੇਣਾ ਸਭ ਤੋਂ ਵੱਡਾ ਦਾਨ ਹੈ ਅੱਜ। ਜੋ ਤੁਹਾਡੇ ਕੋਲ ਗੁਣ ਹੈ ਤਾਂ ਉਹਦੀ ਸਾਂਝ ਪਾਓ। ਜੇ ਤੁਹਾਡੇ ਕੋਲ ਗੁਰਬਾਣੀ, ਕੀਰਤਨ, ਕਥਾ, ਕਿਸੇ ਤਰ੍ਹਾਂ ਦਾ ਵੀ ਗੁਣ ਹੈ, ਆਪਣੇ ਬੱਚਿਆਂ ਨੂੰ ਸਿਖਾਓ ਅਤੇ ਹੋਰਾਂ ਨੂੰ ਸਿਖਾਓ। ਇਹ ਸਭ ਤੋਂ ਵੱਡਾ ਤੁਹਾਨੂੰ ਪੁੰਨ ਮਿਲੇਗਾ। ਮਾਣ ਰਹਿਤ ਹੋ ਕੇ ਦਾਨ ਕਰੋ। ਪਦਾਰਥਾਂ ਦਾ ਦਾਨ ਕਰਦੇ ਹਾਂ ਤੇ ਉਹ ਸਾਡੇ ਕੋਲ ਹੋਣਗੇ ਤਾਂ ਹੀ ਕਰਾਂਗੇ, ਪਰ ਜੇ ਸ਼ਬਦ ਤਾਂ ਸਭ ਕੋਲ ਹੁੰਦੇ ਨੇ, ਸ਼ਬਦ ਦਾ ਦਾਨ ਤਾਂ ਕਰ ਹੀ ਸਕਦੇ ਹਾਂ। ਕਿਸੇ ਨੂੰ ਉਹ ਸਭ ਤੋਂ ਉੱਤਮ ਦਾਨ ਹੈ ਸ਼ਬਦ ਦਾਨ ਕਰਨਾ। ਪ੍ਰੇਰਨਾ ਹੀ ਕਰਨੀ ਹੈ ਕਿ ਸੰਗਤ ਜੀ ਭਟਕੋ ਨਾ, ਵਾਹਿਗੁਰੂ ਨਾਲ ਜੁੜ ਜਾਓ। ਤੇ ਜੇ ਇੱਕ ਅੱਧਾ ਵੀ ਜੁੜ ਗਿਆ ਤੇ ਸੋਚੋ ਤੁਹਾਡਾ ਕਿੰਨਾ ਭਲਾ ਹੋਏਗਾ, ਤੁਹਾਨੂੰ ਕਿੰਨਾ ਫਲ ਮਿਲੇਗਾ। ਮਨ ਲਾ ਕੇ ਗੁਰੂ ਦਾ ਸਿਮਰਨ ਕਰੋ, ਗੁਰਬਾਣੀ ਨੂੰ ਸਮਝੋ। ਜੋ ਪ੍ਰੇਮ ਨਾਲ ਗੁਰੂ ਦੀ ਸੇਵਾ ਕਰਦੇ ਹਨ ਤੇ ਉਹਨਾਂ ਦੀ ਸੇਵਾ ਥਾਵੇਂ ਵੀ ਪੈ ਜਾਂਦੀ ਹੈ। ਸੇਵਾ ਨਾ ਕਰੋ, ਉਹ ਤੈਨੂੰ ਕਿੱਥੋਂ ਲਾਭ ਦੇਵੇਗੀ ਜਦ ਤੂੰ ਉੱਪਰੇ ਮਨੋਂ ਹੀ ਕੀਤੀ ਹੈ। ਗੁਰੂ ਦੇ ਹੁਕਮਾਂ ਉੱਤੇ ਚਲੋ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ, ਪਰ ਗੁਰੂ ਦੀ ਗੱਲ ਕਿੰਨੀ ਕੁ ਮੰਨਦੇ ਹਾਂ, ਇਹ ਕਦੀ ਆਪਣੇ ਆਪ ਨੂੰ ਪੁੱਛਿਆ? ਆਪਾਂ ਕਹਿ ਦਿੰਦੇ ਹਾਂ ਕਿ ਬਾਣੀ ਗੁਰੂ ਹੈ ਸਾਡਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਪਰ ਗੁਰੂ ਦੀ ਗੱਲ ਕਿੰਨੀ ਕੁ ਮੰਨਦੇ ਹਾਂ? ਸਤਿਗੁਰ ਕਹਿੰਦੇ ਹਨ, ਗੁਰੂ ਦੀ ਗੁਰਬਾਣੀ ਨੂੰ ਸਮਝ। ਗੁਰੂ ਦੇ ਸਿਧਾਂਤਾਂ ਤੋਂ ਬਿਨਾਂ ਤੂੰ ਕਿਤੇ ਵੀ ਨਹੀਂ ਜਾਣਾ। ਗੁਰੂ ਦੇ ਸਿਧਾਂਤਾਂ ਤੋਂ ਸਿੱਖਿਆ ਲੈ
ਤੁਸੀਂ ਆਪਣੇ ਕੰਨਾਂ ਨਾਲ ਸੁਣਨੀ ਹੈ ਗੁਰਬਾਣੀ। ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਦੀ ਗੱਲ ਨਹੀਂ ਸੁਣਨੀ। ਜੋ ਆਪਾਂ ਸੁਣਦੇ ਹਾਂ ਉਸ ਨੂੰ ਜੀਵਨ ਵਿੱਚ ਕਮਾਉਣਾ ਵੀ ਹੈ। ਬੋਲ ਕੁਝ ਹੋਰ ਤੇ ਕਰਮ ਕੁਝ ਹੋਰ ਹੋਣ, ਇਹ ਨਹੀਂ ਸ਼ੋਭਦਾ। ਗੁਰੂ ਦੇ ਅਨੁਸਾਰੀ ਹੋ ਜਾਓ ਸੰਗਤ ਜੀ। ਬਿਨਾਂ ਛਲ ਕਪਟ ਪਖੰਡ ਤੋਂ ਗੁਰੂ ਦੀ ਕਮਾਈ ਕਰੋ। ਆਪੇ ਵਾਹਿਗੁਰੂ ਤੁਹਾਡੇ ਨੇੜੇ ਆ ਜਾਣਗੇ। ਮੁੱਖੋਂ ਮਨੁੱਖਾ ਮਿੱਠਾ ਬੋਲ ਤੇ ਨਿਮਰ ਹੋ ਕੇ ਰਹਿ। ਗੁਰੂ ਨਾਨਕ ਦੇਵ ਜੀ ਕਦੇ ਕੋੜਾ ਬੋਲ ਨਹੀਂ ਸਨ ਬੋਲਦੇ। ਜੇ ਉਹਨਾਂ ਨੂੰ ਕੋਈ ਕੋੜਾ ਬੋਲ ਬੋਲਦਾ ਵੀ ਸੀ ਤੇ ਉਹ ਕਹਿੰਦੇ ਸੀ ਕਿ ਇਹਨੂੰ ਤਾਂ ਸਮਝ ਨਹੀਂ ਹੈਗੀ, ਤੇ ਮੈਨੂੰ ਤਾਂ ਸਮਝ ਹੈਗੀ ਹੈ, ਮੈਂ ਕਿਉਂ ਕੋੜਾ ਬੋਲ ਬੋਲਾਂ। ਜੇ ਇਹਨੇ ਮੈਨੂੰ ਇੱਕ ਮੁੱਕੀ ਮਾਰੀ ਹੈ, ਜ਼ਰੂਰੀ ਤਾਂ ਨਹੀਂ ਮੈਨੂੰ 4 ਮਾਰਾਂ। ਜੇ ਮੈਨੂੰ 4 ਮਾਰ ਵੀ ਦੇਵਾਂਗਾ ਫਿਰ ਇਹਦੇ 'ਚ ਤੇ ਮੇਰੇ ਵਿੱਚ ਫਰਕ ਕੀ ਰਹਿ ਜਾਵੇਗਾ। ਸਤਿਗੁਰੂ ਜੀ ਕਹਿੰਦੇ ਸਨ, ਨਿਮਰ ਹੋ ਕੇ ਚੱਲੋ। ਪਾਣੀ ਬੜਾ ਨਿਮਰ ਹੈ। ਆਪਾਂ ਵੇਖੋ ਥੱਲੇ ਰੋੜਦੇ ਹਾਂ ਤਾਂ ਉਹ ਕੀ ਕਰਦਾ, ਜਿੱਧਰ ਨੀਵਾਂ ਪਾਸਾ ਢਲਾਣ ਹੁੰਦੀ ਹੈ ਨਾ, ਉਹਦੇ ਵੱਲ ਚਲਾ ਜਾਂਦਾ। ਪਾਣੀ ਵਰਗੇ ਬਣੋ, ਨਿਮਰ। ਗੁਰੂ ਗ੍ਰੰਥ ਸਾਹਿਬ ਜੀ ਨਾ ਮਿਸ਼ਰੀ ਦਾ ਪਹਾੜ ਨੇ। ਜਿੱਧਰੋਂ ਵੀ ਚੱਖੋਗੇ ਫਾਇਦਾ ਹੀ ਰਸ ਮਿਲੇਗਾ। ਓਨਾ ਹੀ ਭਾਵ ਮਿੱਠਾ ਹੀ ਮਿੱਠਾ ਤੁਹਾਨੂੰ ਮਿਲੇਗਾ। ਜਦੋਂ ਸਮਾਂ ਲੱਗੇ ਗੁਰਬਾਣੀ ਉਚਾਰੋ। ਜਿਹੜਾ ਮਨ ਕਰਦਾ ਉਹੀ ਸ਼ਬਦ ਉਚਾਰ ਲਓ, ਪਰ ਉਚਾਰੋ ਤਾਂ ਸੀ। ਸਹਿਜ ਪਾਠ ਕਰੋ, ਜਿੰਨਾ ਮਰਜ਼ੀ ਸਮਾਂ ਲੱਗ ਜਾਏ, 1 ਮਹੀਨਾ, 6 ਸਾਲ, 2 ਸਾਲ, ਜਿੰਨੇ 'ਚ ਹੁੰਦਾ ਉਹਨੇ 'ਚ ਕਰੋ। ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਜਦੋਂ ਤੁਹਾਡੀ ਜ਼ਿੰਦਗੀ ਬਦਲਣੀ ਸਟਾਰਟ ਹੋ ਜਾਏਗੀ। ਜ਼ਿੰਦਗੀ ਵਿੱਚ ਕਿੰਨਾ ਬਦਲਾਵ ਆਉਂਦਾ। ਤੁਸੀਂ ਕਰੋ ਤਾਂ ਸੀ, ਪੜ੍ਹੋ ਤਾਂ ਸੀ, ਜਪੋ। ਗੁਰਬਾਣੀ ਜੀਵਨ ਬਦਲਦੀ ਹੈ। ਤੁਸੀਂ ਜਿੱਥੋਂ ਵੀ ਪੜ੍ਹੋਗੇ ਰਸ ਹੀ ਮਿਲੇਗਾ। ਇਹ ਅੰਮ੍ਰਿਤ ਦੀ ਧਾਰਾ ਹੈ ਜੋ ਆਪਾਂ ਪ੍ਰਾਪਤ ਕਰਨੀ ਹੈ। ਜੋ ਵੀ ਪੜ੍ਹੋਗੇ ਆਨੰਦ ਹੀ ਪ੍ਰਾਪਤ ਕਰੋਗੇ। ਗੁਰਬਾਣੀ ਕੰਠ ਕਰੋ। ਸਿੱਖਾ, ਗੁਰਬਾਣੀ ਨਾਲ ਜੁੜ, ਤੈਨੂੰ ਮਨੁੱਖ ਤੋਂ ਦੇਵਤਾ ਬਣਾ ਦੇਗਾ। ਤੂੰ ਕਿਉਂ ਕਹਿੰਦਾ ਕਿ ਮੈਂ ਦੇਵਤਾ ਪੂਜਣਾ ਹੈ? ਉਹ ਤੈਨੂੰ ਹੀ ਦੇਵਤਾ ਬਣਾ ਦੇਣਗੇ। ਜੇ ਤੁਸੀਂ ਕਿਸੇ ਨੂੰ ਪ੍ਰਸ਼ਾਦਾ ਛਕਾਉਂਦੇ ਆ ਤਾਂ ਸਮਝੋ ਕਿੰਨਾ ਫਲ ਮਿਲੇਗਾ। ਆਪਣੇ ਆਸ-ਪਾਸ ਦੇਖੋ, ਕੋਈ ਭੁੱਖਾ ਤਾਂ ਨਹੀਂ। ਆਪਾਂ ਪਿੰਡ ਜਾਂ ਕਿਤੇ ਵੀ ਗੁਰੂ ਘਰ ਜਾਂਦੇ ਹਾਂ, ਜੋ ਗ੍ਰੰਥੀ ਸਿੰਘ ਹੁੰਦੇ, ਜੇ ਸਾਰਾ ਪਿੰਡ ਇੱਕ ਦਿਨ ਵੀ ਉਹਨਾਂ ਨੂੰ ਪ੍ਰਸ਼ਾਦਾ ਛਕਾਈਏ ਤਾਂ 5 ਮਹੀਨਿਆਂ ਬਾਅਦ ਸਾਡੀ ਵਾਰੀ ਆਵੇਗੀ। ਜੋ ਸਾਨੂੰ ਗੁਰਬਾਣੀ ਨਾਲ ਜੋੜਦਾ, ਅਸੀਂ ਉਹਨਾਂ ਦੀ ਇੱਕ ਦਿਨ ਪ੍ਰਸ਼ਾਦਾ ਵੀ ਨਹੀਂ ਛਕਾ ਸਕਦੇ। ਪ੍ਰਸ਼ਾਦਾ ਛਕਾਓ, ਇਹ ਵੀ ਬੜਾ ਵੱਡਾ ਦਾਨ ਹੈ। ਐਵੇਂ ਦੇ ਸਾਨੂੰ ਕਦਮ ਚੁੱਕਣੇ ਚਾਹੀਦੇ ਨੇ। ਤੇ ਗ੍ਰੰਥੀ ਸਿੰਘ ਨੂੰ ਵੀ ਚਾਹੀਦਾ ਕਿ ਸੱਚ ਦੇ ਰਾਹ 'ਤੇ ਚੱਲੇ, ਉਹ ਸਭ ਨੂੰ ਇੱਕ ਸਮਾਨ ਸਮਝੇ। ਚੰਗੇ ਗੁਣ ਅਪਣਾਏ ਗ੍ਰੰਥੀ ਸਿੰਘ ਵੀ। ਉਹ ਗੁਰੂ ਦੇ ਸਤਿਕਾਰ 'ਤੇ ਰਹਿਣ। ਅਤੇ ਉਹ ਗ੍ਰੰਥੀ ਜੀ ਨੂੰ ਪੁੱਛੋ, ਜੀ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਹਨ? ਕਿਤੇ ਉਹਨਾਂ ਨੂੰ ਫੀਸ ਖੁਣੋਂ ਘਰ ਤਾਂ ਨਹੀਂ ਬੈਠੇ? ਐਵੇਂ ਦੀ ਸੇਵਾ ਕਰੋ। ਜੋ ਵੀ ਤੁਹਾਡੇ ਆਸ-ਪਾਸ ਨੇ, ਜਿਸ ਦੀ ਤੁਸੀਂ ਮਦਦ ਕਰ ਸਕਦੇ ਹੋ, ਉਹਦੀ ਮਦਦ ਕਰੋ। ਸਰਬੱਤ ਦਾ ਭਲਾ ਮੰਗੋ। ਜੋ ਸਿੱਖ ਹੈ ਉਹ ਅੰਮ੍ਰਿਤ ਵੇਲੇ ਉੱਠ ਗੁਰਬਾਣੀ ਦਾ ਜਾਪ ਕਰੇ ਅਤੇ ਫਿਰ ਪ੍ਰਸ਼ਾਦਾ ਛਕੇ। ਐਵੇਂ ਕਰੋਗੇ ਤਾਂ ਆਪੇ ਸਾਰੇ ਬੰਧਨ ਕੱਟੇ ਜਾਣਗੇ। ਸਤਿਗੁਰ ਕਹਿੰਦੇ ਹਨ, ਮਨ ਨੂੰ ਨੀਵਾਂ ਕਰ ਲੈ। ਜਿਸ ਦਿਨ ਮਨ ਨੂੰ ਨੀਵਾਂ ਕਰ ਲਿਆ, ਉਸ ਦਿਨ ਤੂੰ ਆਪੇ ਹੀ ਤਰ ਜਾਏਗਾ। ਤੇਰੇ 'ਚ ਜੇ ਰੱਬ ਨੇ ਕੋਈ ਗੁਣ ਦਿੱਤਾ, ਹੰਕਾਰ ਨਾ ਕਰ। ਜੋ ਨੀਵਾਂ ਹੋ ਕੇ ਚੱਲਦਾ, ਉਹਨੂੰ ਤੱਤੀ ਹਵਾ ਵੀ ਨਹੀਂ ਲੱਗਦੀ। ਗੁਰੂ ਨਾਨਕ ਦੇਵ ਜੀ ਇੱਕ ਦਿਨ ਕਿਤੇ ਜਾਂਦੇ ਹਨ ਅਤੇ ਉਹ ਲੋਕਾਂ ਨਾ ਸੰਗਤ ਨੇ ਬੜਾ ਉੱਚਾ ਆਸਣ ਲਾਇਆ ਹੁੰਦਾ। ਗੁਰੂ ਨਾਨਕ ਦੇਵ ਜੀ ਆਉਂਦੇ ਹਨ ਅਤੇ ਥੱਲੇ ਦਰੀ ਵਿਛੀ ਹੁੰਦੀ ਹੈ, ਉੱਥੇ ਹੀ ਬੈਠ ਜਾਂਦੇ ਹਨ। ਜਦੋਂ ਉੱਥੇ ਬੈਠਦੇ ਹਨ ਤਾਂ ਸੰਗਤ ਕਹਿੰਦੀ ਹੈ ਕਿ ਇੱਥੇ ਨਾ ਬੈਠੋ ਜੀ, ਉੱਤੇ ਬੈਠੋ, ਤੁਹਾਡੇ ਲਈ ਸਿੰਘਾਸਣ ਲਾਇਆ। ਉਹ ਕਹਿੰਦੇ ਥੱਲੇ ਹੀ ਠੀਕ ਆ। ਕਹਿੰਦੇ ਥੱਲੇ ਡਿੱਗਣ ਦਾ ਡਰ ਨਹੀਂ ਹੁੰਦਾ, ਉੱਤੇ ਬੈਠਾਂਗੇ ਤਾਂ ਧਿਆਨ ਰੱਖਣਾ ਪਏਗਾ ਕਿ ਕਿਤੇ ਥੱਲੇ ਨਾ ਡਿੱਗ ਜਾਈਏ। ਇੱਥੇ ਸਤਿਗੁਰੂ ਜੀ ਸਮਝਾਉਂਦੇ ਹਨ, ਤੂੰ ਨਿਮਰ ਰੱਖ, ਨਿਮਰ ਹੋ। ਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣ। ਇਹੀ ਬੰਦਗੀ ਹੈ। ਜੇ ਤੁਸੀਂ ਕਥਾ ਸਰਵਣ ਕਰ ਰਹੇ ਹੋ, ਸਰੀਰ ਵਿੱਚ ਆਪਣੇ ਜੁੜੇ ਹੋਏ ਹੋ, ਤਾਂ ਤੁਹਾਡੇ ਸਰੀਰ 'ਚ ਸ਼ਕਤੀ ਹੈ, ਤੁਸੀਂ ਸੁਣ ਸਕਦੇ ਹੋ। ਸੁਣੋ ਕਥਾ। ਸਰੀਰ ਵਿੱਚ ਜੇ ਪੜ੍ਹਨ ਦੀ ਸ਼ਕਤੀ ਹੈ ਤਾਂ ਰੋਜ਼ ਗੁਰਬਾਣੀ ਪੜ੍ਹੋ। ਜੋ ਪੜ੍ਹ ਸਕਦੇ ਹਨ ਪੜ੍ਹੋ। ਕਈਆਂ ਕੋਲ ਬੜਾ ਵਧੀਆ ਬਹਾਨਾ ਹੁੰਦਾ ਜੀ, ਸਾਨੂੰ ਪੜ੍ਹਨਾ ਨਹੀਂ ਆਉਂਦਾ। ਕਈ ਬਾਪੂ ਹੋਣਗੇ, ਉਹ TV ਝੱਟ ਚਲਾ ਲੈਣਗੇ। TV ਵੀ ਤਾਂ ਆਪਣੇ ਬੱਚਿਆਂ ਕੋਲੋਂ ਪੁੱਛ ਕੇ ਚਲਾਉਣਾ ਸਿੱਖਿਆ ਕਿ ਕਿਹੜਾ ਬਟਨ ਦੱਬਣਾ ਅਤੇ ਕਿਹੜਾ ਚੈਨਲ ਲਾਉਣਾ। ਜੇ ਉਹਨਾਂ ਕੋਲ ਆਪਾਂ 35 ਅੱਖਰੀ ਸਿੱਖ ਲੈਂਦੇ ਤਾਂ ਜਪਜੀ ਸਾਹਿਬ ਤਾਂ ਕਰ ਹੀ ਸਕਦੇ ਸੀ। ਆਪਾਂ ਸਭ ਕਰ ਸਕਦੇ ਹਾਂ ਜੇ ਆਪਾਂ ਚਾਹੀਏ ਤਾਂ। ਉਹ ਬਸ ਇੰਨਾ ਕਹਿ ਕੇ ਸਾਰ ਲੈਂਦੇ ਆ ਕਿ ਪੜ੍ਹਨਾ ਹੀ ਨਹੀਂ ਆਉਂਦਾ। ਜੇ ਸੁਣਨ ਦੀ ਸ਼ਕਤੀ ਹੈ ਤਾਂ ਕੰਨਾਂ ਨਾਲ ਸੁਣ ਤਾਂ ਸਕਦੇ ਹਾਂ। ਕੰਨਾਂ ਨਾਲ ਜੇ ਸੁਣਨ ਦੀ ਸ਼ਕਤੀ ਹੈ, ਨਿੰਦਿਆ ਚੁਗਲੀ ਸੁਣਦੇ ਹਾਂ, ਉਹਨੂੰ ਛੱਡੋ। ਇੱਕ ਮਨ ਹੋ ਕੇ ਗੁਰਬਾਣੀ ਸੁਣੋ ਅਤੇ ਸਾਰਿਆਂ ਵਿੱਚ ਰੱਬ ਨੂੰ ਵੇਖੋ, ਉਸ ਰੱਬ ਦੀ ਜੋਤ ਨੂੰ ਵੇਖੋ। ਸਾਰਿਆਂ ਵਿੱਚ ਪਰਮਾਤਮਾ ਵੱਸਦਾ, ਇਹ ਦੇਖੋ ਅਤੇ ਆਪਣੀ ਬਿਰਤੀ ਉਸ ਰੱਬ ਨਾਲ ਜੋੜੋ। ਅਤੇ ਗੁਰੂ ਦੇ ਜੋ ਉਪਦੇਸ਼ ਹਨ ਗੁਰੂ ਜੀ ਦੇ, ਉਹਨਾਂ ਨੂੰ ਆਪਣੇ ਜੀਵਨ ਵਿੱਚ ਟਿਕਾ ਲਓ। ਗੋਬਿੰਦ ਮਹਾਰਾਜ ਹਰ ਰੋਜ਼ ਕਥਾ ਕਰਿਆ ਕਰਦੇ ਸੀ। ਉਹਨਾਂ ਦੀ ਹਜ਼ੂਰੀ ਵਿੱਚ ਇੱਕ ਜੋ ਸੁਥਰਾ ਸੀ, ਉਹ ਵੀ ਕਥਾ ਸੁਣਨ ਆਉਂਦਾ ਹੁੰਦਾ ਸੀ ਅਤੇ ਉਹ ਗੁਰੂ ਸਾਹਿਬ 'ਤੇ ਚੋਰ ਕਰਿਆ ਕਰਦਾ ਸੀ। ਉਹ ਭੋਲਾ ਵੀ ਸੀ ਅਤੇ ਸ਼ਰਾਰਤੀ ਵੀ ਸੀ। ਉਹ ਗੁਰੂ ਜੀ ਦੇ ਪਿੱਛੇ ਖੜ੍ਹ ਕੇ ਨੱਕ ਬੁੱਲ ਵੱਟਦੇ ਸੀ। ਸੰਗਤਾਂ ਉਹਨਾਂ ਵੱਲ ਦੇਖਦੀਆਂ ਰਹਿੰਦੀਆਂ ਸੀ।
ਇੱਕ ਦਿਨ ਉਹਨਾਂ ਗੁਰੂ ਜੀ ਕੋਲ ਉਹਨਾਂ ਦੀ ਸ਼ਿਕਾਇਤ ਕਰਦੀ ਕਿ ਸੁਥਰਾ ਜਿਹੜਾ ਹੈ ਨਾ ਤੁਹਾਡੇ ਪਿੱਛੇ ਖੜੇ ਹੋ ਕੇ ਮੂੰਹ ਬਣਾਉਂਦਾ ਰਹਿੰਦਾ ਅਤੇ ਕਦੀ ਕੁਝ ਕਰਦਾ, ਉਹ ਸਾਡੀ ਬਿਰਤੀ ਨਹੀਂ ਜੁੜਨ ਦਿੰਦਾ। ਸਤਿਗੁਰੂ ਜੀ ਕਹਿੰਦੇ ਕਿ ਹੁਣ ਜਦੋਂ ਆਏਗਾ ਨਾ ਮੈਨੂੰ ਦੱਸਿਓ। ਉਹ ਰੋਜ਼ ਕਿੰਨੇ ਦਿਨ ਲੰਘ ਜਾਂਦੇ, ਆਉਂਦਾ ਹੀ ਨਹੀਂ। ਉਹ ਚੌਥੇ ਪੰਜਵੇਂ ਦਿਨ ਆ ਕੇ ਜਦੋਂ ਕਥਾ ਹੋਣ ਲੱਗਦੀ ਹੈ ਪਿੱਛੇ ਖੜਾ ਹੋ ਜਾਂਦਾ। ਕਥਾ ਦੀ ਸਮਾਪਤੀ ਹੁੰਦੀ ਹੈ, ਸਾਰੇ ਉਹਦੇ ਵੱਲ ਦੇਖਦੇ ਰਹਿੰਦੇ ਨੇ ਕਿਤੇ ਭੱਜ ਨਾ ਜਾਏ। ਕਥਾ ਦੀ ਸਮਾਪਤੀ ਹੁੰਦੀ ਹੈ, ਸਾਰੇ ਸੰਗਤ ਗੁਰੂ ਜੀ ਜਾਂਦੀ ਹੈ। ਕਹਿੰਦੇ ਗੁਰੂ ਜੀ ਇਹ ਸਾਨੂੰ ਬੜਾ ਤੰਗ ਕਰਦਾ, ਜਦੋਂ ਕਥਾ ਕਰਦੇ ਹੋ ਪਿੱਛੇ ਸਾਡੀ ਬਿਰਤੀ ਨਹੀਂ ਜੁੜਨ ਦਿੰਦਾ। ਗੁਰੂ ਜੀ ਕਹਿੰਦੇ ਕਿ ਸੁਥਰਿਆ ਦੱਸ ਇਹ ਸੱਚ ਹੈ? ਸੁਥਰਾ ਕਹਿੰਦਾ ਮੈਨੂੰ ਯਾਦ ਨਹੀਂ। ਉਹ ਸਾਰਾ ਦਿਨ ਵਾਰ ਸਮਾਂ ਸਭ ਕੁਝ ਦੱਸ ਦਿੰਦੇ ਨੇ। ਸੁਥਰਾ ਕਹਿੰਦਾ ਐਵੇਂ ਤਾਂ ਮੈਨੂੰ ਯਾਦ ਨਹੀਂ ਆਉਣਾ, ਤੁਸੀਂ ਉਸ ਦਿਨ ਸ਼ਬਦ ਦੱਸ ਦਿਓ ਕਿਹੜਾ ਸੀ, ਮੈਨੂੰ ਯਾਦ ਆ ਜਾਏਗਾ। ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਨੇ, ਕਿਸੇ ਨੂੰ ਯਾਦ ਹੀ ਨਹੀਂ ਆਉਂਦਾ। ਸੁਥਰਾ ਕਹਿੰਦਾ ਹੈ ਗੁਰੂ ਜੀ ਉਹ ਦਿਨ ਤਾਂ ਛੱਡ ਦਿਓ, ਅੱਜ ਦਾ ਦਿਨ ਪੁੱਛ ਲਓ ਕਿ ਅੱਜ ਕਿਹੜਾ ਸ਼ਬਦ ਸੀ। ਫਿਰ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਜਾਂਦੇ ਨੇ। ਸੁਥਰਾ ਕਹਿੰਦਾ ਵਾਹਿਗੁਰੂ ਮੈਂ ਇਹਨਾਂ ਨੂੰ ਗਾਲਾਂ ਨਹੀਂ ਸੀ ਕੱਢਦਾ, ਮੈਂ ਤਾਂ ਇਹਨਾਂ ਨੂੰ ਇਹ ਦੱਸ ਰਿਹਾ ਸੀ ਕਿ ਭਲੇ ਉਹ ਸਮਝਾ ਰਿਹਾ ਸੀ ਕਿ ਸ਼ਬਦਾਂ ਵੱਲ ਧਿਆਨ ਦੇ ਲਓ, ਮੇਰੇ ਵੱਲ ਧਿਆਨ ਨਾ ਦਿਓ। ਸ਼ਬਦ ਹੀ ਤੁਹਾਡੇ ਕੰਮ ਆਉਣੇ ਨੇ, ਜਿਨ੍ਹਾਂ ਦੀ ਇੰਨੀ ਬਿਰਤੀ ਹੁੰਦੀ।